ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੇ ਆਨਲਾਈਨ ਪਲੇਟਫਾਰਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਐਂਸ਼ੀਅੰਟ ਹਿਸਟਰੀ ਦੇ MCQ ਡਿਸਕਸ ਕਰਾਂਗੇ। ਕੁਇਕ ਰਿਵੀਜ਼ਨ ਹੋਏਗੀ, ਜਿਵੇਂ ਮੈਂ ਆਲਰੇਡੀ ਕਰਾਉਣਾ ਹੁੰਦਾ। ਸਾਡਾ ਇੱਕ ਮੈਥਡ ਹੈ, ਅਸੀਂ ਵਨ ਲਾਈਨਰ ਲੈ ਕੇ ਆਉਂਦੇ ਹਾਂ ਔਰ ਉਹਨਾਂ ਦੇ ਜ਼ਰੀਏ ਅਸੀਂ ਤੁਹਾਡੀ ਰਿਵੀਜ਼ਨ ਕਰਾਵਾਂਗੇ। ਤਾਂ ਆਪਾਂ 1 ਬਾਏ 1 ਇਹਨਾਂ ਨੂੰ ਡਿਸਕਸ ਕਰਾਂਗੇ। ਫਸਟ ਹੈ, ਵੇਅਰ ਡਜ਼ ਦਾ ਅਰਲੀ ਪੀਰੀਅਡ ਆਫ ਹਿਸਟਰੀ ਗੋ। ਹਿਸਟਰੀ ਦਾ ਸਭ ਤੋਂ ਪਹਿਲਾ ਪੀਰੀਅਡ ਹੈ ਜਿਹੜਾ, ਉਹਨੂੰ ਪੈਲਿਓਲਿਥਿਕ ਪੀਰੀਅਡ ਕਹਿ ਦਿੰਦੇ ਆ ਜਾਂ ਪੈਲਿਓਲਿਥਿਕ ਏਜ ਕਹਿ ਦਿੰਦੇ ਆ। ਜਾਂ ਇਸ ਤੋਂ ਇਲਾਵਾ ਇਸ ਨੂੰ ਪੈਲਿਓਲਿਥਿਕ ਨੂੰ ਹੀ ਜੇ ਆਪਾਂ ਕਹਿਣਾ ਹੋਵੇ ਤਾਂ ਆਪਾਂ ਇਹਨੂੰ ਸਟੋਨ ਏਜ ਵੀ ਕਹਿ ਦਿੰਦੇ ਹਾਂ। ਤਾਂ ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਇਨ ਵਿਚ ਪੀਰੀਅਡ ਸਟੋਨ ਟੂਲਸ ਵਰ ਫਸਟ ਫਾਊਂਡ। ਤਾਂ ਅਗੇਨ ਉਹੀ ਗੱਲ ਹੈ ਜੋ ਮੈਂ ਹੁਣੇ ਦੱਸਿਆ ਵੀ ਪੈਲਿਓਲਿਥਿਕ ਏਜ ਮਤਲਬ ਉਹ ਵਾਲਾ ਪੀਰੀਅਡ ਜਿੱਥੇ ਫਸਟ ਟਾਈਮ ਸਟੋਨ ਟੂਲਸ ਫਾਊਂਡ ਹੋਏ ਹੈ। ਨੈਕਸਟ ਹੈ ਥਰਡ ਕੁਐਸਚਨ, ਵਿਚ ਸਿਵਲਾਈਜੇਸ਼ਨ ਇਜ਼ ਫੇਮਸ ਫੋਰ ਇਟਸ ਸਿਟੀ ਪਲੈਨਿੰਗ। ਕਿਹੜੀ ਕਹਿੰਦਾ ਸਿਵਲਾਈਜੇਸ਼ਨ ਹੈ ਜਿਹੜੀ ਆਪਦੀ ਸਿਟੀ ਪਲੈਨਿੰਗ ਦੇ ਲਈ ਬਹੁਤ ਜ਼ਿਆਦਾ ਫੇਮਸ ਹੈ। ਗਾਇਜ਼ ਇੱਕ ਗੱਲ ਯਾਦ ਰੱਖਣਾ, ਜਿਹੜੀ ਹੜੱਪਾ ਸਿਵਲਾਈਜੇਸ਼ਨ ਸੀ ਨਾ, ਜਿਸ ਨੂੰ ਆਪਾਂ ਇੰਦਸ ਵੈਲੀ ਸਿਵਲਾਈਜੇਸ਼ਨ ਵੀ ਕਹਿ ਦਿੰਦੇ ਹਾਂ, ਉਹ ਆਪਦੀ ਸਿਵਲ ਪਲੈਨਿੰਗ ਦੇ ਲਈ ਜਾਂ ਆਪਦੀ ਸਿਟੀ ਪਲੈਨਿੰਗ ਦੇ ਲਈ ਬੜੀ ਜ਼ਬਰਦਸਤ ਸੀ। ਇਹਨਾਂ ਦੀਆਂ ਜਿਹੜੀਆਂ ਰੋਡਸ ਬਣੀਆਂ ਹੋਈਆਂ ਸੀ ਪ੍ਰੋਪਰ ਸੀ, ਵੈਲ ਡਰੇਨੇਜ ਸਿਸਟਮ ਸੀ, ਪਲੱਸ ਜਿਹੜਾ ਇਹਨਾਂ ਦੇ ਰੋਡ ਸੀ ਉਹ 90 ਡਿਗਰੀ 'ਤੇ ਕੱਟ ਕਰਦੀਆਂ ਸੀ। ਠੀਕ ਹੈ, ਤਾਂ ਇਸ ਕਰਕੇ ਕਹਿ ਦਿੰਦੇ ਆ ਵੀ ਸਿਟੀ ਪਲੈਨਿੰਗ ਇਹਨਾਂ ਨਾਲ ਹੜੱਪਾ ਜਾਂ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਬੜੀ ਜ਼ਬਰਦਸਤ ਸੀ। ਦ ਮਾਊਥ ਆਫ ਇੰਦਸ ਵੈਲੀ ਸਿਵਲਾਈਜੇਸ਼ਨ ਵਾਜ਼ ਲੋਕੇਟਿਡ ਔਨ ਦਾ ਬੈਂਕ ਆਫ। ਜਿਹੜਾ ਐਕਚੁਅਲ ਦੇ ਵਿੱਚ ਇੰਦਸ ਵੈਲੀ ਸਿਵਲਾਈਜੇਸ਼ਨ ਹੈ ਜਿਹੜੀ, ਉਹ ਇੰਦਸ ਨਦੀ ਦੇ ਕਿਨਾਰੇ 'ਤੇ ਵਸੀ ਹੋਈ ਸੀ। ਤਾਂ ਇਹੀ ਉਹਨੇ ਕੁਐਸਚਨ ਪੁੱਛਿਆ, ਦਾ ਮਾਊਥ ਆਫ ਇੰਦਸ ਵੈਲੀ ਸਿਵਲਾਈਜੇਸ਼ਨ ਵਾਜ਼ ਲੋਕੇਟਿਡ ਔਨ ਦਾ ਬੈਂਕ ਆਫ ਦਾ ਵਿਚ ਰਿਵਰ। ਕਿਹੜੀ ਰਿਵਰ ਆਪਾਂ ਦੱਸਣੀ ਹੈ, ਤਾਂ ਇੰਦਸ ਰਿਵਰ। ਨੈਕਸਟ ਹੈ, ਵਟ ਵਾਜ਼ ਦਾ ਲੋਕਲ ਨੇਮ ਆਫ ਮੋਹਿੰਜੋਦੜੋ। ਮੋਹਿੰਜੋਦੜੋ ਦਾ ਜਿਹੜਾ ਲੋਕਲ ਨੇਮ ਹੈ ਉਹ ਮਾਊਂਡ ਆਫ ਡੈਡ ਹੈ। ਮਾਊਂਡ ਆਫ ਡੈਡ ਦਾ ਮਤਲਬ ਹੁੰਦਾ ਮਰਿਆ ਹੋਇਆਂ ਦਾ ਟਿੱਲਾ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਵੇਅਰ ਵਾਜ਼ ਦਾ ਹਿਊਜ਼ ਬਾਥ ਫਾਊਂਡ। ਸਭ ਤੋਂ ਵੱਡਾ ਮਤਲਬ ਆਪਾਂ ਜਿਹਨੂੰ ਅੱਜ ਦੇ ਟਾਈਮ ਦਾ ਸਵੀਮਿੰਗ ਪੂਲ ਕਹਿ ਦਿੰਦੇ ਹਾਂ, ਉਹ ਮੋਹਿੰਜੋਦੜੋ 'ਚ ਮਿਲਿਆ। ਇਸ ਤੋਂ ਇਲਾਵਾ ਜਿਹੜੀ ਵੱਡੀ ਸਾਰੀ ਅਨਾਜ ਭੰਡਾਰ ਮੋਹਿੰਜੋਦੜੋ 'ਚ ਮਿਲਿਆ। ਅਗਰ ਕੁਐਸਚਨ ਪੁੱਛਿਆ ਜਾਵੇ 6 ਗ੍ਰੇਨਰੀਜ਼ ਇਨ ਰੋ, ਤਾਂ ਉਹ ਹੜੱਪਾ ਦੇ ਵਿੱਚ। ਅਗਰ ਪੁੱਛਿਆ ਜਾਵੇ ਬਹੁਤ ਵੱਡਾ ਅਨਾਜ ਭੰਡਾਰ ਕਿੱਥੇ ਮਿਲਿਆ, ਤਾਂ ਉਹ ਮੋਹਿੰਜੋਦੜੋ ਦੇ ਵਿੱਚ ਮਿਲਿਆ। ਨੈਕਸਟ ਹੈ, ਵਰਸ਼ਿਪ ਆਫ ਮਦਰ ਵਾਜ਼ ਰਿਲੇਟਿਡ ਟੂ। ਐਕਚੁਅਲ ਦੇ ਵਿੱਚ ਵਰਸ਼ਿਪ ਆਫ ਮਦਰ ਇੱਥੇ ਇਹ ਹੈ, ਮਦਰ ਗੋਡੈਸ ਹੈ ਜਿਹੜੀ, ਜਿਹਦੀ ਪੂਜਾ ਕੀਤੀ ਜਾਂਦੀ ਸੀ, ਮਤਲਬ ਮਾਤਾ ਰਾਣੀ ਦੀ। ਤਾਂ ਉਹ ਕਿਹੜੀ ਸਿਵਲਾਈਜੇਸ਼ਨ 'ਚ ਸੀ, ਤਾਂ ਉਹ ਹੜੱਪਾ ਜਾਂ ਇੰਦਸ ਵੈਲੀ ਸਿਵਲਾਈਜੇਸ਼ਨ ਸੀ। ਨੈਕਸਟ ਹੈ, ਵਿਚ ਸਿਵਲਾਈਜੇਸ਼ਨ ਹੈਡ ਦ ਸ਼ਿਪ ਮਲਘਟ ਐਟ ਦਾ ਪਲੇਸ ਕਾਲਡ ਲੋਥਲ। ਇਹ ਇੰਦਸ ਵੈਲੀ ਦੇ ਵਿੱਚ ਸੀ। ਐਕਚੁਅਲ ਦੇ ਵਿੱਚ ਕੀ ਸੀਗਾ, ਇੰਦਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਨਾ ਲੋਥਲ ਦੇ ਵਿੱਚ ਇੱਕ ਡੋਕਯਾਰਡ ਬਣੀ ਹੋਈ ਸੀ। ਮਾਲਘਾਟ ਇਹਨੇ ਲਿਖਿਆ ਨਾ, ਸ਼ਿਪ ਮਾਲਘਾਟ। ਇਹਦਾ ਮਤਲਬ ਇਹੀ ਹੈ ਵੀ ਡੋਕਯਾਰਡ ਇੱਕ ਬਣੀ ਹੋਈ ਸੀ। ਉਹ ਕਿੱਥੇ ਬਣੀ ਸੀ, ਲੋਥਲ ਦੇ ਵਿੱਚ ਬਣੀ ਸੀ। ਉਹ ਲੋਥਲ ਕਿੱਥੋਂ ਦਾ ਸ਼ਹਿਰ ਹੈ, ਤਾਂ ਆਪਣਾ ਆਨਸਰ ਆਏਗਾ ਇੰਦਸ ਵੈਲੀ ਦਾ। ਇਨ ਦਾ ਇੰਦਸ ਵੈਲੀ ਸਿਵਲਾਈਜੇਸ਼ਨ ਕਾਲੀਬੰਗਾ ਵਾਜ਼ ਫੇਮਸ ਫੋਰ। ਜਿਹੜਾ ਕਾਲੀਬੰਗਾ ਹੈ ਉਹ ਕੈਰਾਮਿਕਸ ਦੇ ਲਈ ਫੇਮਸ ਸੀ। ਉਹਨੇ ਵਰਡ ਕੈਰਾਮਿਕਸ ਦਾ ਮਤਲਬ ਕੀ ਹੁੰਦਾ ਹੈ, ਜਿਹੜੇ ਆਪਾਂ ਕਲੇ ਤੋਂ ਬਣੇ ਹੋਏ, ਜਿਵੇਂ ਪੋਟਸ ਕਹਿ ਲਓ, ਪੋਟਰੀ ਕਹਿ ਲਓ, ਹੈ ਨਾ, ਆਪਾਂ ਕਹਿ ਦਿੰਦੇ ਹਾਂ। ਤਾਂ ਉਹ ਕਲੇ ਤੋਂ ਬਣੇ ਹੋਏ ਜਿਹੜੇ ਔਜ਼ਾਰ ਹੋਣਗੇ, ਜਿਹੜੇ ਟੂਲ ਹੋਣਗੇ ਕਹਿ ਲਈਏ, ਜਾਂ ਜਿਵੇਂ ਜੋ ਵੀ ਹੈ ਬੀਕਰ ਬਣੇ ਆ ਕਲੇ ਤੋਂ, ਤਾਂ ਉਸਨੂੰ ਕੈਰਾਮਿਕਸ ਕਹਿ ਦਿੰਦੇ ਆ। ਇਸ ਤੋਂ ਇਲਾਵਾ ਕਾਲੀਬੰਗਾ ਦੇ ਵਿੱਚ ਨਾ ਇੱਕ ਪਲੱਗਡ ਫੀਲ ਵੀ ਮਿਲਿਆ। ਉਹ ਮੰਨਿਆ ਜਾਂਦਾ ਵੀ ਉਹ ਇੰਦਸ ਵੈਲੀ ਜਸਟ ਸਟਾਰਟਿੰਗ 'ਤੇ ਸੀ ਨਾ, ਜਦੋਂ ਉਸ ਟਾਈਮ ਦੀ ਹੈ ਵੀ ਕਾਲੀਬੰਗਾ ਰਾਜਸਥਾਨ ਦੇ ਵਿੱਚ ਹੈ, ਅਤੇ ਉੱਥੇ ਵਾਇਆ ਹੋਇਆ ਖੇਤ ਮਿਲਿਆ, ਪਲੱਗਡ ਫੀਲਡ ਦਾ ਮਤਲਬ। ਨੈਕਸਟ ਦੇਖੋ, ਦ ਮੇਨ ਫੂਡ ਆਫ ਦਾ ਵੈਦਿਕ ਆਰੀਅਨਸ। ਇਹਨੂੰ ਸਟੈਪਲ ਫੂਡ ਵੀ ਕਹਿ ਦਿੰਦੇ ਆ। ਉਹ ਵਾਲਾ ਫੂਡ ਜਿਸ ਤੇ ਆਰੀਅਨਸ ਡਿਪੈਂਡ ਕਰਦੇ ਸੀ, ਤਾਂ ਉਹ ਮਿਲਕ ਐਂਡ ਇਟਸ ਪ੍ਰੋਡਕਟ ਹੈ। ਨੈਕਸਟ ਹੈ, ਬਾਈ ਵਿਚ ਮੈਟਲ ਵਾਜ਼ ਫਸਟ ਯੂਜ਼ਡ। ਵਿਚ ਮੈਟਲ ਵਾਜ਼ ਫਸਟ ਯੂਜ਼ਡ ਬਾਏ ਦਾ ਵੈਦਿਕ ਪੀਪਲ। ਤਾਂ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਮੈਟਲ ਯੂਜ਼ ਕੀਤੀ ਸੀ, ਉਸ ਮੈਟਲ ਦਾ ਨਾਮ ਸੀ ਕੋਪਰ ਮੈਟਲ। ਉਹਨਾਂ ਨੇ ਸਭ ਤੋਂ ਪਹਿਲਾਂ ਕੋਪਰ ਮੈਟਲ ਯੂਜ਼ ਕੀਤੀ। ਔਰ ਅਗਰ ਪੁੱਛਿਆ ਜਾਵੇ ਵੈਦਿਕ ਪੀਰੀਅਡ ਦੇ ਲੇਟਰ ਫੇਜ਼ ਦੇ ਵਿੱਚ ਜਿਹੜੀ ਆ ਉਹ ਆਇਰਨ ਆ ਗਈ ਸੀ, ਲੇਕਿਨ ਸਟਾਰਟਿੰਗ ਫੇਜ਼ ਦੇ ਵਿੱਚ ਜਿਹੜੀ ਉਹ ਕੋਪਰ ਹੀ ਯੂਜ਼ ਕਰਦੇ ਸੀ। ਅਗਲਾ ਕੁਐਸਚਨ ਕਾਫੀ ਇੰਪੋਰਟੈਂਟ ਹੈ ਜੀ। 3 ਵੇਦਾਸ, ਜਿਹਨੂੰ ਵੇਦਾਂਤਰੀ ਕਹਿੰਦੇ ਆ, ਉਹਨਾਂ 3 ਦੇ ਨਾਮ ਦੱਸੇ ਆਪਾਂ, ਰਿਗਵੇਦ, ਸਾਮਵੇਦ ਤੇ ਯਜੁਰਵੇਦ। ਠੀਕ ਹੈ, ਇਹ 3 ਹੈ, RSY, ਤੇ ਤੁਸੀਂ ਯਾਦ ਰੱਖ ਲੈਣਾ। ਇਹਨਾਂ ਨੂੰ ਵੇਦਾਂਤਰੀ ਕਹਿੰਦੇ ਆ, ਰਿਗਵੇਦ, ਸਾਮਵੇਦ ਤੇ ਯਜੁਰਵੇਦ। ਨੈਕਸਟ, Arya was successful in his struggle with the Aryans।
ਐਜ਼ ਹੀ ਯੂਜ਼ ਟੂ ਚੈਰੀਅਟ ਬਾਏ ਦਾ। ਤਾਂ ਉਹਨਾਂ ਨੇ ਪੁੱਛਿਆ ਵੀ ਆਰੀਆ ਜਿਹੜਾ ਆਰੀਆ ਲੋਕ ਸੀਗੇ ਜਿਹੜੇ, ਉਹ ਆਰੀਅਨਸ ਦੇ ਨਾਲ ਹੀ ਸਟਰਗਲ ਚੱਲਦਾ ਰਹਿੰਦਾ ਸੀ, ਕਿਉਂਕਿ ਜਦੋਂ ਵੀ ਇੱਕ ਸਿਵਲਾਈਜੇਸ਼ਨ ਆਉਂਦੀ ਹੈ ਵੀ ਆਪਾਂ ਕੰਸੀਡਰ ਕਰਦੇ ਹਾਂ ਨਾ ਵੀ ਇੱਕ ਥਿਊਰੀ ਦੇ ਅਕੋਰਡਿੰਗ, ਜਿਸ ਦੇ ਅਕੋਰਡਿੰਗ ਕਿਹਾ ਜਾਂਦਾ ਵੀ ਆਰੀਅਨ ਲੋਕ ਆ ਜਿਹੜੇ ਉਹ ਸੈਂਟਰਲ ਏਸ਼ੀਆ ਤੋਂ ਆਏ ਸੀ ਹੈ ਨਾ, ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਚੈਰੀਅਟ ਕੀ ਸੀ, ਤਾਂ ਉਹ ਹੋਰਸ ਸੀ। ਨੈਕਸਟ ਹੈ ਵੇਅਰ ਇਜ਼ ਦਾ ਓਲਡੈਸਟ ਸੈਟਲਮੈਂਟ ਆਫ ਆਰੀਅਨਸ। ਆਰੀਅਨ ਦੀ ਸਭ ਤੋਂ ਪਹਿਲਾਂ ਸਪਤ ਸਿੰਧੂ, ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਕਹਿੰਦੇ ਨਾ 7 ਦਰਿਆਵਾਂ ਦੀ ਧਰਤੀ, 7 ਦਰਿਆ ਸਰਸਵਤੀ, ਇੰਦਸ, ਸਤਲੁਜ, ਰਾਵੀ, ਬਿਆਸ, ਜੇਹਲਮ, ਚਨਾਬ ਹੈ ਨਾ, ਇਹ ਸਾਰੇ 7 ਦਰਿਆ। ਅਤੇ ਉਹ ਜਿਹੜੀ 7 ਦਰਿਆਵਾਂ ਦੇ ਨੇੜੇ ਵਾਲੀ ਧਰਤੀ ਹੈ, ਮਤਲਬ ਨੌਰਥ ਆਫ ਇੰਡੀਆ ਜਿਹੜਾ ਸਾਰਾ ਏਰੀਆ ਜਿਹੜਾ ਕਿ ਬੜਾ ਫਰਟਾਈਲ ਜ਼ੋਨ ਕੰਸੀਡਰ ਕੀਤਾ ਜਾਂਦਾ ਪਹਿਲੇ ਦਿਨ ਤੋਂ ਹੀ, ਤਾਂ ਉੱਥੇ ਆਰੀਅਨਸ ਪਹਿਲਾਂ ਸੈੱਟ ਹੋਏ ਸੀ। ਅਗਰ ਪੁੱਛਿਆ ਜਾਵੇ ਕਿ ਲੇਟਰ ਆਰੀਅਨਸ ਕਿੱਧਰ ਸੈੱਟ ਹੋਏ ਆ, ਤਾਂ ਯੂਪੀ ਵਾਲੀ ਸਾਈਡ ਆ ਗਏ, ਜਾਂ ਯੂਪੀ ਤੋਂ ਨੀਚੇ ਥੋੜ੍ਹਾ ਜਿਹਾ ਐਮਪੀ ਦਾ ਕੁਝ ਪਾਰਟ ਉਹਨਾਂ ਨੇ ਕਵਰ ਕਰ ਲਿਆ। ਤਾਂ ਓਲਡੈਸਟ ਸੈਟਲਮੈਂਟ ਆਰੀਅਨਸ ਦੀ ਕਿੱਥੇ ਹੈ, ਸਪਤ ਸਿੰਧੂ ਦੇ ਵਿੱਚ ਹੈ। ਇਨ ਵਿਚ ਡਿਟੇਲ ਆਫ ਦਾ ਕੋਰੋਨੇਸ਼ਨ ਸੈਰਮਨੀ ਹੈਵ ਬੀਨ ਡਨ। ਇਹ ਅਤਰੀਆ ਬ੍ਰਾਹਮਣ ਹੈ। ਹੁਣ ਕੁਐਸਚਨ ਰਾਈਜ਼ ਹੁੰਦਾ ਵੀ ਇਹ ਕੋਰੋਨੇਸ਼ਨ ਸੈਰਮਨੀ ਕੀ ਹੁੰਦੀ ਹੈ। ਐਕਚੁਅਲ ਦੇ ਵਿੱਚ ਕੋਰੋਨੇਸ਼ਨ ਜਾਂ ਕੋਰੋਨੇਸ਼ਨ ਸੈਰਮਨੀ ਹੁੰਦੀ ਹੈ ਜਦੋਂ ਕਿਸੇ ਨੂੰ ਕਰਾਊਨ ਦੀ ਸੈਰਮਨੀ, ਮਤਲਬ ਕਿਸੇ ਨੂੰ ਤਾਜ ਪਹਿਨਾਇਆ ਜਾਂਦਾ ਹੈ ਨਾ, ਪੂਰਾ ਐਕਟ ਵੀ ਕਿਵੇਂ ਤਾਜ ਪਹਿਨਾਇਆ ਗਿਆ, ਕਿਵੇਂ ਉਹ ਜਦੋਂ ਆਉਂਦਾ ਹੈ, ਕਿਵੇਂ ਉਹ ਬੈਠਦਾ ਹੈ, ਜੋ ਵੀ ਉਹ ਸੈਰਮਨੀ ਕਰਦੇ। ਲੈਟਸ ਸੇ ਕਿ ਕਿਸੇ ਰਾਜੇ ਨੂੰ, ਜਾਂ ਅੱਜ ਦੀ ਆਪਾਂ ਟਾਈਮ ਕਹਿ ਲਈਏ ਵੀ ਕਿਸੇ ਮਿਨਿਸਟਰ ਨੂੰ ਅਗਰ ਮੰਨ ਲਓ ਤਾਜ, ਜਿਵੇਂ ਫੋਰਨ ਦੇ ਵਿੱਚ ਕਈ ਕੰਟਰੀਜ਼ 'ਚ ਚੱਲਦਾ ਨਾ ਵੀ ਉਹਨੂੰ ਤਾਜ ਪਹਿਨਾਇਆ ਜਾਂਦਾ, ਤਾਂ ਮੰਨ ਲਓ ਉਹਨੂੰ ਤਾਜ ਪਹਿਨਾਇਆ ਜਾਂਦਾ, ਪਹਿਲਾਂ ਉਹਦਾ ਵੈਲਕਮ ਕੀਤਾ ਗਿਆ, ਫਿਰ ਲੈਟਸ ਸੇ ਕਿ ਉਹਨਾਂ 'ਤੇ ਫੁੱਲਾਂ ਦੀ ਬਰਸਾਤ ਹੋਈ, ਤਾਂ ਪੂਰੀ ਡਿਟੇਲ ਇਸ ਨੂੰ ਕੋਰੋਨੇਸ਼ਨ ਸੈਰਮਨੀ ਕਹਿ ਦਿੰਦੇ ਆ। ਠੀਕ ਹੈ, ਉਹ ਕਹਿੰਦਾ ਉਹ ਕਿਹੜੇ ਬ੍ਰਾਹਮਣ ਦੇ ਵਿੱਚ ਹੈ, ਤਾਂ ਉਸਦਾ ਨਾਮ ਹੈ ਇਤੇਰਿਆ ਬ੍ਰਾਹਮਣ ਦੇ ਵਿੱਚ ਹੈ। ਠੀਕ ਹੈ, ਵੇਅਰ ਇਜ਼ ਦਾ ਫੇਮਸ ਗਾਇਤਰੀ ਮੰਤਰ ਡਿਰਾਈਵਡ ਫਰੋਮ। ਜਿਹੜਾ ਕਹਿੰਦਾ ਗਾਇਤਰੀ ਮੰਤਰ ਹੈ ਉਹ ਕਿੱਥੋਂ ਡਰਾਈਵਡ ਹੋਇਆ, ਤਾਂ ਗਾਇਤਰੀ ਮੰਤਰ ਕਿੱਥੋਂ ਲਿਆ ਗਿਆ। ਗਾਇਤਰੀ ਮੰਤਰ ਹੈ ਜਿਹੜਾ ਰਿਗਵੇਦ ਤੋਂ ਲਿਆ ਗਿਆ। ਠੀਕ ਹੈ, ਨੈਕਸਟ ਵਿਚ ਵਿਦੂਸ਼ੀ ਚੈਲੰਜਡ ਦਾ ਇਨਵਿਸੀਬਲ ਯਜਨਵਲਰਿਆ ਇਨ ਦਾ ਡਿਬੇਟ। ਹੁਣ ਇਹ ਵੀ ਸਮਝ ਲਓ ਵੀ ਇਹ ਵਿਦੂਸ਼ੀ ਕੌਣ ਹੈ। ਵਿਦੂਸ਼ੀ ਇੱਕ ਬੇਸਿਕਲੀ ਇੱਕ ਫੀਮੇਲ ਹੈ, ਔਰ ਇਹਨੇ ਚੈਲੰਜ ਕੀਤਾ ਸੀ ਯਜਨ ਵਲਵਿਆ ਨੂੰ ਚੈਲੰਜ ਕੀਤਾ ਸੀ। ਜਿਹੜਾ ਯਜਨ ਵਲਵਿਆ ਇਹ ਇੱਕ ਫਿਲੋਸਫਰ ਸੀ। ਠੀਕ ਹੈ, ਮਤਲਬ ਇੱਕ ਲੜਕੀ ਨੇ ਪੁਰਾਣੇ ਟਾਈਮ ਦੇ ਵਿੱਚ, ਆਪਾਂ ਇਹ ਕਹਿ ਲਈਏ ਵੈਦਿਕ ਟਾਈਮ ਦੇ ਵਿੱਚ ਦੀ ਗੱਲ ਹੈ ਇਹ, ਇੱਕ ਵਿਦੋਸ਼ੀ ਨਾਮ ਦੀ ਗਰਲ ਨੇ ਯਜਨ ਵੱਲਿਆਂ ਨੂੰ ਚੈਲੰਜ ਕੀਤਾ। ਉਸ ਲੜਕੀ ਦਾ ਨਾਮ ਗਾਰਗੀ ਸੀ। ਠੀਕ ਹੈ, ਦ ਬਰਥ ਪਲੇਸ ਆਫ ਗੌਤਮ ਬੁੱਧਾ ਇਜ਼ ਇਨਸਕ੍ਰਾਈਬਡ ਬਾਏ ਰੁਮਦੀ ਪਿੱਲਰ ਆਫ ਅਸ਼ੋਕ ਮੌਰਿਆ। ਉਹ ਕਹਿੰਦਾ ਕੁਐਸਚਨ ਇਹ ਪੁੱਛਿਆ ਸੀ ਵੀ ਜਿਹੜਾ ਬਰਥ ਪਲੇਸ ਹੈ ਨਾ, ਪਹਿਲੀ ਗੱਲ ਗੌਤਮ ਬੁੱਧ ਦਾ ਬਰਥ ਪਲੇਸ ਕਿੱਥੇ ਹੋਇਆ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਲੁੰਬੀਨੀ ਦੇ ਵਿੱਚ ਹੋਇਆ। ਠੀਕ ਹੈ, ਤਾਂ ਉਹਦੇ ਬਾਰੇ, ਉਹਦਾ ਬਰਥ ਪਲੇਸ ਬਾਰੇ ਆਪਾਂ ਨੂੰ ਕਿਵੇਂ ਪਤਾ ਲੱਗਾ ਵੀ ਉੱਥੇ ਹੋਇਆ, ਤਾਂ ਐਕਚੁਅਲ ਦੇ ਵਿੱਚ ਜਿਵੇਂ ਅਸ਼ੋਕ ਨੂੰ ਕੰਸੀਡਰ ਕੀਤਾ ਜਾਂਦਾ ਨਾ ਵੀ ਅਸ਼ੋਕ ਨੇ ਲੇਟਰ ਔਨ ਹੈ ਜਿਹੜਾ ਉਹ ਬੁੱਧਿਜ਼ਮ ਨੂੰ ਅਡੋਪਟ ਕਰ ਲਿਆ ਸੀ ਹੈ ਨਾ। ਆਪਾਂ ਨੂੰ ਸਭ ਨੂੰ ਪਤਾ ਉਹਨੇ ਆਪਦੀ ਕੁੜੀ ਤੇ ਮੁੰਡਾ ਵੀ ਸ਼੍ਰੀਲੰਕਾ ਦੇ ਵਿੱਚ ਬੁੱਧਿਜ਼ਮ ਦੇ ਪ੍ਰਸਾਰ ਲਈ ਭੇਜ ਦਿੱਤੇ ਸੀ ਹੈ ਨਾ, ਆਪਾਂ ਨੂੰ ਇਹ ਗੱਲ ਪਤਾ ਹੈ। ਹੁਣ ਇੱਥੇ ਕੁਐਸਚਨ ਇਹ ਰਾਈਜ਼ ਹੁੰਦਾ ਹੈ ਕਿ ਜਿਹੜੇ ਪਿੱਲਰ ਬਣੇ ਹੈ ਜਿਸ ਦਾ ਨਾਮ ਰੁਮਿੰਦਿਨੀ ਪਿੱਲਰ ਹੈ ਨਾ, ਤੁਸੀਂ ਉਹਨੂੰ ਪ੍ਰੋਨਾਊਂਸ ਕਰ ਲਓ, ਚਾਹੇ ਤਾਂ ਰੂਮੀ ਦੀ ਪਿੱਲਰ ਕਰ ਲਓ ਪ੍ਰੋਨਾਊਂਸ, ਐਂਡ ਸਾਇਲੈਂਸ ਰੱਖ ਲਓ। ਅਤੇ ਉਹ ਕਹਿੰਦਾ ਵੀ ਆਪਾਂ ਨੂੰ ਉਹਦੇ ਬਰਥ ਪਲੇਸ ਦਾ ਕਿਵੇਂ ਪਤਾ ਲੱਗਿਆ, ਤਾਂ ਜਿਹੜਾ ਇਹ ਪਿੱਲਰ ਹੈ ਨਾ ਰੂਮੀ ਦੀ ਪਿੱਲਰ ਹੈ, ਇਹ ਅੱਜ ਵੀ ਲੁੰਬੀਨੀ ਦੇ ਵਿੱਚ ਹੈ। ਤਾਂ ਉੱਥੋਂ ਆਪਾਂ ਨੂੰ ਪਤਾ ਲੱਗਾ ਉੱਤੇ ਪ੍ਰੋਪਰ ਇਨਸਕ੍ਰਿਪਸ਼ਨਸ ਕੀਤੀਆਂ ਹੋਈਆਂ, ਮਤਲਬ ਉੱਤੇ ਲਿਖਿਆ ਹੋਇਆ ਵੀ ਹਾਂ ਵੀ ਜਿਹੜਾ ਮਹਾਤਮਾ ਬੁੱਧ ਹੈ ਉਹਨਾਂ ਦੇ ਬਰਥ ਬਾਰੇ ਐਂਡ ਸਭ ਕੁਛ। ਠੀਕ ਹੈ, ਤਾਂ ਉੱਥੋਂ ਆਪਾਂ ਨੂੰ ਪੂਰੀ ਤਰ੍ਹਾਂ ਕਲੈਰਿਟੀ ਹੋਈ ਹੈ ਕਿ ਮਹਾਤਮਾ ਬੁੱਧ ਦੀ ਲਾਈਫ ਬਾਰੇ, ਉਹਨਾਂ ਦੇ ਬਰਥ ਬਾਰੇ ਬੇਸਿਕਲੀ। ਨੈਕਸਟ, ਵੇਅਰ ਵਾਜ਼ ਦਾ ਫਸਟ ਬੁੱਧਿਸਟ ਕੌਂਸਲ ਹੈਲਡ। ਜਿਹੜੀ ਬੁੱਧ ਧਰਮ ਦੀ ਹੈ ਜਿਹੜੀ ਪਹਿਲੀ ਕੌਂਸਲ ਹੈ ਜਿਹੜੀ ਉਹ 483 BC ਦੇ ਵਿੱਚ ਰਾਜਗ੍ਰਹਿ ਦੇ ਵਿੱਚ ਹੋਈ ਸੀ। ਠੀਕ ਹੈ, ਨੈਕਸਟ ਕੁਐਸਚਨ ਵਾਲਾ ਆਪਾਂ ਮੂਵ ਕਰਦੇ ਹਾਂ, ਬੁੱਧਾ ਦਾ ਮੀਨਿੰਗ ਕੀ ਹੈ। ਤਾਂ ਮਹਾਤਮਾ ਬੁੱਧ ਦੇ ਰਿਲੇਟਿਡ ਕੁਐਸਚਨ ਬਹੁਤ ਹੁੰਦੇ, ਔਰ ਇਹ ਵਾਲਾ ਕੁਐਸਚਨ ਤਾਂ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ। ਬੁੱਧਾ ਦਾ ਮਤਲਬ ਹੈ ਜਿਹੜਾ ਉਹ ਅਨਲਾਈਟਮੈਂਟ ਹੁੰਦਾ ਹੈ। ਨੈਕਸਟ ਕੁਐਸਚਨ, ਵਟ ਬਲੀਵ ਡਜ਼ ਬੁੱਧਿਜ਼ਮ ਬਲੀਵ। ਬੁੱਧਿਜ਼ਮ ਦੇ ਜਿਹੜੇ ਬਲੀਵ ਕੀ ਸੀ, ਤਾਂ ਮਤਲਬ ਮਹਾਤਮਾ ਬੁੱਧ ਕਹਿੰਦੇ ਹੁੰਦੇ ਸੀ ਜਿਹੜਾ ਲਾਈਫ ਹੈ ਉਹ ਫੁੱਲ ਆਫ ਸੋਰੋਜ਼ ਹੈ। ਠੀਕ ਹੈ, ਤੁਸੀਂ ਨਿਰਵਾਣ ਨੂੰ, ਜਿਵੇਂ ਉਹਨਾਂ ਨੇ ਗਿਆਨ ਪ੍ਰਾਪਤੀ ਨੂੰ ਨਿਰਵਾਣ ਕਹਿ ਦਿੰਦੇ ਆ ਹੈ ਨਾ, ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਨਿਰਵਾਣ ਨੂੰ ਪ੍ਰਾਪਤ ਕਰ ਸਕਦੇ ਹੋ। ਨੈਕਸਟ ਹੈ, ਇਨ ਵਿਚ ਅਰਲੀ
ਬੁੱਧਿਸਟ ਟੈਕਸਟ ਵਰ ਕੰਪੋਜ਼ਡ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਵੀ ਬੁੱਧ ਧਰਮ ਦਾ ਜਿਹੜਾ ਅਰਲੀ ਟੈਕਸਟ ਹੈ ਉਹ ਕਾਹਦੇ ਦੇ ਵਿੱਚ ਲਿਖਿਆ ਹੋਇਆ ਹੈ, ਤਾਂ ਉਹ ਪਾਲੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ। ਲੇਟਰ ਔਨ ਕੀ ਸੀਗਾ ਜਿਹੜਾ ਟੈਕਸਟ ਆ ਉਹ ਸੰਸਕ੍ਰਿਤ ਦੇ ਵਿੱਚ ਵੀ ਮਿਲਦਾ ਹੈ। ਆਪਾਂ ਨੂੰ ਸਭ ਨੂੰ ਪਤਾ ਹੈ ਵੀ ਬੁੱਧਿਜ਼ਮ ਲਾਸਟ ਕੌਂਸਿਲ ਤੋਂ ਬਾਅਦ ਹੀਨਯਾਨ ਅਤੇ ਮਹਾਯਾਨ ਦੇ ਵਿੱਚ ਡਿਵਾਈਡ ਹੋ ਗਿਆ ਸੀ, ਹੈ ਨਾ। ਤਾਂ ਜਿਹੜਾ ਇੱਕ ਸਾਈਡ ਹੈ ਮਤਲਬ ਹੀਨਯਾਨ ਕੋਲ ਪਾਲੀ ਟੈਕਸਟ ਸੀ, ਮਹਾਯਾਨ ਹੈ ਜਿਹੜਾ ਉਹਨਾਂ ਦੇ ਕੋਲ ਸੰਸਕ੍ਰਿਤ ਦਾ ਟੈਕਸਟ ਸੀ। ਜਿਹੜਾ ਹੀਨਯਾਨ ਹੈ ਉਹ ਸਾਊਥ ਵਾਲੀ ਸਾਈਡ ਉਹਨਾਂ ਨੇ ਆਪਦਾ ਕਾਫੀ ਪ੍ਰਸਾਰ ਕੀਤਾ, ਮਹਾਯਾਨ ਨੇ ਨੌਰਥ ਵਾਲੀ ਸਾਈਡ ਕਾਫੀ ਪ੍ਰਸਾਰ ਕੀਤਾ, ਮਤਲਬ ਲੈਟਸ ਸੇ ਕਿ ਇੰਡੀਆ ਦਾ ਨੌਰਥ ਅਤੇ ਇੰਡੀਆ ਦਾ ਸਾਊਥ। ਤਾਂ ਇੱਥੇ ਕੁਐਸਚਨ ਇਹ ਪੁੱਛਿਆ ਸੀ ਵੀ ਜਿਹੜਾ ਬੁੱਧਿਜ਼ਮ ਦਾ ਜਿਹੜਾ ਅਰਲੀ ਟੈਕਸਟ ਹੈ ਉਹ ਕਿਹੜੀ ਲੈਂਗੁਏਜ ਦੇ ਵਿੱਚ ਹੈ, ਤਾਂ ਉਹ ਪਾਲੀ ਲੈਂਗੁਏਜ ਦੇ ਵਿੱਚ ਹੈ। ਨੈਕਸਟ ਹੈ ਹੂ ਵਾਜ਼ ਮਹਾਵੀਰ। ਤਾਂ ਇਹ ਐਕਚੁਅਲ ਦੇ ਵਿੱਚ ਨਾ ਤੀਰਥੰਕਰ ਮਤਲਬ ਹੈੱਡ ਹੁੰਦਾ ਹੈ। ਤਾਂ ਜਿਹੜੇ ਜੈਨਿਜ਼ਮ ਹੈ ਨਾ, ਜੈਨ ਧਰਮ ਨੂੰ ਜਿਹੜੇ ਬਿਲੋਂਗ ਕਰਦੇ ਆ ਉਹਨਾਂ ਦੇ 24 ਹੈੱਡ ਹੋਏ ਆ। ਤਾਂ ਜਿਹੜੇ ਆਪਾਂ ਨੂੰ ਐਕਚੁਅਲ ਦੇ ਵਿੱਚ ਜੋ ਰਿਟਨ ਡਿਟੇਲ ਮਿਲਦੀ ਹੈ ਨਾ ਉਹ ਫਸਟ 23rd ਅਤੇ 24th ਦੀ ਹੀ ਰਿਟਨ ਪ੍ਰੋਪਰ ਡਿਟੇਲ ਮਿਲੀ ਹੈ, ਠੀਕ ਹੈ। ਤਾਂ ਆਪਾਂ ਨੂੰ ਇਹ ਪੁੱਛਿਆ ਵੀ ਜਿਹੜਾ ਮਹਾਵੀਰ ਹੈ ਉਹ ਕੌਣ ਹੈ, ਤਾਂ ਉਹ 24th ਤੀਰਥੰਕਰ ਹੈ। ਮਤਲਬ ਜਿਹੜੀ ਜੈਨਿਜ਼ਮ ਦੀ ਕੰਪਲੀਟ ਲਾਈਫ ਆਪਾਂ ਸਟੱਡੀ ਕਰਦੇ ਹਾਂ ਵੀ ਜੈਨਿਜ਼ਮ ਦੇ ਵਿੱਚ ਜਿਹੜਾ ਮਹਾਵੀਰ ਜੈਨ ਹੈ ਉਹਨਾਂ ਦਾ ਜਨਮ ਇੱਥੇ ਹੋਇਆ ਐਂਡ ਸੋ ਔਨ, ਹੈ ਨਾ। ਤਾਂ ਉਸ ਦੇ ਬਾਰੇ ਹੈ ਕਿ ਜਿਹੜੀ ਮਹਾਵੀਰ ਹੈ ਉਹ 24 ਤੀਰਥੰਕਰ ਹੈ। ਅਗਰ ਤੁਹਾਨੂੰ ਇਹ ਕੁਐਸਚਨ ਪੁੱਛ ਲਿਆ ਜਾਵੇ ਕਿ ਜੈਨਿਜ਼ਮ ਦੇ ਵਿੱਚ ਮਹਾਵੀਰ ਦਾ ਜਨਮ ਕਦੋਂ ਹੋਇਆ, ਤਾਂ ਤੁਸੀਂ ਯਾਦ ਰੱਖਣਾ 540 BC ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਫਾਦਰ ਦਾ ਨਾਮ ਪੁੱਛ ਲਏ ਤਾਂ ਸਿਧਾਰਥ ਇਹਨਾਂ ਦੇ ਫਾਦਰ ਦਾ ਨਾਮ ਸੀ, ਮਦਰ ਦਾ ਨਾਮ ਪੁੱਛ ਲਏ ਤਾਂ ਤ੍ਰਿਸ਼ਲਾ ਸੀ। ਅਗਰ ਤੁਸੀਂ ਇਸ ਚੀਜ਼ ਨੂੰ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ, ਮੈਂ ਨਹੀਂ ਤਾਂ ਰਿਵੀਜ਼ਨ ਕਰਾ ਦਿੰਦਾ। ਅਗਰ ਪੁੱਛਿਆ ਜਾਵੇ ਫਾਦਰ ਦਾ ਨਾਮ ਕੀ ਹੈ, ਤਾਂ ਇਹਨਾਂ ਦੇ ਫਾਦਰ ਦਾ ਨਾਮ ਸਿਧਾਰਥ ਹੈ। ਮਦਰ ਦਾ ਨਾਮ ਪੁੱਛਿਆ ਜਾਵੇ ਤਾਂ ਮਹਾਵੀਰ ਦੇ ਮਦਰ ਦਾ ਨਾਮ ਤ੍ਰਿਸ਼ਲਾ ਹੈ। ਜੇ ਪੁੱਛਿਆ ਜਾਵੇ ਜਨਮ ਕਦੋਂ ਹੋਇਆ ਤਾਂ ਤੁਸੀਂ ਆਨਸਰ ਦੇ ਦਿਓ ਵੀ ਇਹਨਾਂ ਦਾ ਜਨਮ ਹੈ ਜਿਹੜਾ ਉਹ 540 BC ਦੇ ਵਿੱਚ ਹੋਇਆ। ਕਿੱਥੇ ਹੋਇਆ, ਤਾਂ ਇਹਨਾਂ ਦਾ ਜਨਮ ਹੋਇਆ ਜੀ ਕੁੰਦਗ੍ਰਾਮ ਬਿਹਾਰ ਦੇ ਵਿੱਚ। ਕਿੱਥੇ ਹੋਇਆ, ਤਾਂ ਇਹਨਾਂ ਦਾ ਜਨਮ ਹੋਇਆ ਕੁੰਦਗ੍ਰਾਮ ਬਿਹਾਰ ਦੇ ਵਿੱਚ ਹੋਇਆ, ਠੀਕ ਹੈ। ਇਹਨਾਂ ਦੀ ਡੋਟਰ ਦਾ ਨਾਮ ਸੀ ਪ੍ਰਿਯਦਰਸ਼ਨੀ, ਡੋਟਰ ਦਾ ਨਾਮ ਮਹਾਵੀਰ ਦੀ ਪ੍ਰਿਯਦਰਸ਼ਨੀ ਹੈ। ਇਹਨਾਂ ਨੇ ਆਪਦਾ ਘਰ 30 ਸਾਲ ਦੀ ਉਮਰ ਦੇ ਵਿੱਚ ਛੱਡਤਾ ਸੀ ਔਰ ਇਹਨਾਂ ਨੂੰ 42 ਸਾਲ ਦੀ ਉਮਰ ਦੇ ਵਿੱਚ ਗਿਆਨ ਪ੍ਰਾਪਤ ਹੋਇਆ ਸੀ, ਠੀਕ ਹੈ। ਮਤਲਬ 12 ਸਾਲ ਲੱਗੇ ਸੀ। ਔਰ ਗਿਆਨ ਦੀ ਪ੍ਰਾਪਤੀ ਨੂੰ ਕੈਵਲਿਆ ਕਿਹਾ ਜਾਂਦਾ, ਕੇ ਤੋਂ ਕੈਵਲਿਆ, ਠੀਕ ਹੈ। ਤਾਂ ਕਿਹੜੀ ਰਿਵਰ ਦੇ ਕਿਨਾਰੇ ਹੋਇਆ, ਤਾਂ ਰਿਜੂਪਾਲਿਕਾ ਰਿਵਰ ਦੇ ਕਿਨਾਰੇ ਹੋਇਆ। ਤਾਂ ਇਹ ਕੁਝ ਜਿਹੜੇ ਪੁਆਇੰਟਸ ਹੈ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਵੀ ਇਹਨਾਂ ਨੇ ਜਿੱਥੇ ਪਹਿਲੀ ਆਪਦੀ ਉਪਦੇਸ਼ ਦਿੱਤਾ ਹੈ, ਪਹਿਲਾ ਉਪਦੇਸ਼ ਕਿੱਥੇ ਦਿੱਤਾ ਹੈ, ਤਾਂ ਇਹਨਾਂ ਨੇ ਪਹਿਲਾ ਉਪਦੇਸ਼ ਪਾਵਾ 'ਚ ਦਿੱਤਾ ਹੈ। ਪਾਵਾ 'ਚ ਇਹਨਾਂ ਦੀ ਡੈਥ ਹੋਈ ਹੈ ਔਰ ਪਾਵਾ 'ਚ ਜਦੋਂ ਉਪਦੇਸ਼ ਦਿੱਤਾ ਸੀ ਤਾਂ ਇਹਨਾਂ ਦੇ 11 ਡਿਸਿਪਲ ਸੀ, ਮਤਲਬ ਇਹਨਾਂ ਦੇ 11 ਚੇਲੇ ਸੀ। ਹੁਣ ਦੇਖੋ ਇੱਕ ਕੁਐਸਚਨ ਆਇਆ ਸੀ ਆਪਣੇ ਕੋਲ ਕਿ ਮਹਾਵੀਰ ਕੌਣ ਹੈ, ਤਾਂ ਉਹ 24th ਤੀਰਥੰਕਰ ਹੈ। ਤਾਂ ਉਹਦੇ ਨਾਲ ਆਪਾਂ ਕਿੰਨੇ ਸਾਰੇ ਪੁਆਇੰਟ ਕਵਰ ਕਰ ਲਏ। ਮਹਾਵੀਰ ਦਾ ਜਨਮ 540 BC 'ਚ ਹੈ, ਮਹਾਵੀਰ ਦੇ ਫਾਦਰ ਦਾ ਨਾਮ ਸਿਧਾਰਥ ਹੈ, ਮਹਾਵੀਰ ਦੀ ਮਦਰ ਦਾ ਨਾਮ ਤ੍ਰਿਸ਼ਲਾ ਹੈ, ਵਾਈਫ ਯਸ਼ੋਦ ਹੈ, ਉਹਨਾਂ ਦੀ ਡੋਟਰ ਦਾ ਨਾਮ ਪ੍ਰਿਯਦਰਸ਼ਨੀ ਹੈ। 30 ਸਾਲ ਦੀ ਉਮਰ 'ਚ ਘਰ ਛੱਡਿਆ, 42 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਦੀ ਪ੍ਰਾਪਤ ਹੋਈ ਹੈ। ਗਿਆਨ ਦੀ ਪ੍ਰਾਪਤੀ ਨੂੰ ਕਵਲਿਆ ਕਿਹਾ ਜਾਂਦਾ ਹੈ। ਰਿਵਰ ਦਾ ਨਾਮ ਰਿਜੂਪਾਲਕ ਹੈ। ਪਹਿਲਾ ਉਪਦੇਸ਼ 11 ਡਿਸਿਪਲਸ ਨੂੰ ਦਿੱਤਾ ਹੈ। ਔਰ ਪਾਵਾ ਕਿੱਥੇ ਹੈਗਾ, ਪਾਵਾ ਜੇ ਪੂਰੀ ਪੁੱਛਿਆ ਜਾਵੇ ਤਾਂ ਉਹ ਬਿਹਾਰ ਦੇ ਵਿੱਚ ਇਹਨਾਂ ਦੀਆਂ 2 ਕੌਂਸਿਲਸ ਹੋਈਆਂ, ਠੀਕ ਹੈ। ਔਰ ਅਗਰ ਪੁੱਛਿਆ ਜਾਵੇ ਜਿਵੇਂ ਉਹਨਾਂ ਦਾ ਪੁੱਛਿਆ ਗਿਆ ਸੀ ਨਾ ਬੁੱਧਿਜ਼ਮ ਦਾ ਜਿਹੜਾ ਜ਼ਿਆਦਾਤਰ ਟੈਕਸਟ ਕਿਹੜੀ ਲੈਂਗੁਏਜ 'ਚ ਮਿਲਦਾ, ਤਾਂ ਆਪਾਂ ਕਹਾਂਗੇ ਪਾਲੀ ਲੈਂਗੁਏਜ 'ਚ ਮਿਲਦਾ। ਇਹਨਾਂ ਦਾ ਟੈਕਸਟ ਜ਼ਿਆਦਾਤਰ ਪ੍ਰਾਕ੍ਰਿਤਿਕ ਲੈਂਗੁਏਜ ਹੈ, ਪ੍ਰਾਕ੍ਰਿਤ ਲੈਂਗੁਏਜ ਦੇ ਵਿੱਚ ਮਿਲਦਾ, ਠੀਕ ਹੈ ਜੀ। ਤਾਂ ਇਹ ਕੁਝ ਥੋੜੀ ਡਿਟੇਲ ਸੀ ਮਹਾਵੀਰ ਬਾਰੇ। ਨੈਕਸਟ ਹੈ ਹੂ ਬਿਲੀਵ ਟੂ ਦਾ ਫਸਟ ਤੀਰਥੰਕਰ ਆਫ ਜੈਨਿਜ਼ਮ। ਜੈਨਿਜ਼ਮ ਦਾ ਪਹਿਲਾ ਤੀਰਥੰਕਰ ਕੌਣ ਹੈ, ਤਾਂ ਉਸ ਦਾ ਨਾਮ ਰਿਸ਼ਮਦੇਵ ਹੈ। ਹੂ ਇਜ਼ ਜੈਨ ਵਾਟ ਇਜ਼ ਜੈਨ ਲਿਟਰੇਚਰ, ਤਾਂ ਜੈਨ ਦੇ ਲਿਟਰੇਚਰ ਨੂੰ ਅੰਗ ਕਹਿ ਦਿੰਦੇ ਆ। ਫੇਮਸ ਜੈਨ ਸੈਂਟਰ ਆਰ ਲੋਕੇਟਿਡ ਇਨ ਸਾਊਥ ਇੰਡੀਆ। ਸਾਊਥ ਇੰਡੀਆ ਦੇ ਵਿੱਚ ਜਿਹੜਾ ਜੈਨ ਦਾ ਸੈਂਟਰ ਹੈ ਉੱਥੇ ਉਹਨਾਂ ਦਾ ਨਾਮ ਹੈ ਸ਼ਰਵਨ ਬੈਲਾਗੋਲਾ। ਸਾਊਥ ਵਾਲੀ ਸਾਈਡ ਹੈ ਜੀ, ਕਾਫੀ ਇੰਪੋਰਟੈਂਟ ਹੈ। ਦ ਓਲਡੈਸਟ ਆਇਰਨ ਈਰਾ ਦਾ ਮਤਲਬ ਹੁੰਦਾ ਯੁੱਗ ਇਨ ਇੰਡੀਆ ਇਜ਼ ਐਸੋਸੀਏਟਿਡ ਵਿਦ, ਕਿਸ ਦੇ ਨਾਲ ਐਸੋਸੀਏਟਿਡ ਹੈ, ਵਿਦ ਕਾਹਦੇ ਨਾਲ ਐਸੋਸੀਏਟਿਡ ਹੈ ਜੀ, ਵਿਦ ਪੇਂਟਿਡ ਗ੍ਰੇ ਪੋਟਰੀ। ਉਹਨੇ ਇਹ ਕੁਐਸਚਨ ਇਹ ਪੁੱਛਿਆ ਜਿਹੜਾ ਓਲਡੈਸਟ ਆਇਰਨ ਈਰਾ ਹੈ, ਮਤਲਬ ਆਪਾਂ ਜਿਹਨੂੰ ਆਇਰਨ ਮਤਲਬ ਲੋਹ ਯੁੱਗ ਕਹਿ ਦਈਏ, ਉਹ ਕਿਹਦੇ ਨਾਲ ਰਿਲੇਟਿਡ ਹੈ, ਤਾਂ ਵੀ ਪੇਂਟ ਕੀਤੀ ਹੋਈ ਗ੍ਰੇ ਪੋਟਰੀ ਹੈ ਜਿਹੜੀ ਉਹਦੇ ਨਾਲ ਰਿਲੇਟਿਡ ਹੈ, ਠੀਕ ਹੈ। ਨੈਕਸਟ ਹੈ ਵਿਚ ਫਸਟ ਰੂਲਰ ਵਾਜ਼ ਰਿਸਪੋਂਸੀਬਲ ਫॉर द ਰਾਈਜ਼ ਆਫ ਮਗਧ।
मतलब मगध है ना। हुण मगध अंपायर है, मगध अंपायर के बारे उन्हें क्वेश्चन पूछा कि मगध अंपायर के रिलेटिड उन्हें कहा भी किहड़ा रूलर है जिंदे टाइम ते है जिहड़ा मगध है वो राइज होया है, तो उसका नाम है बिंबीसार। ठीक है, हुण तुसीं मैनूं कमेंट बॉक्स के विच एक आंसर कमेंट करके जरूर दसना है अगर तुहानूं पता है कि मगध अंपायर जे आपां कह लईए मगध अंपायर का फाउंडर कौन है, मगध डायनेस्टी का फाउंडर कौन है, मगध डायनेस्टी का फाउंडर कौन है। तुसीं मैनूं इस गल का आंसर कमेंट बॉक्स के विच करके जरूर दसना है। नैक्सट देखो, इन एंशियंट टाइम द लैंगुएज यूज टू राइट द सोर्स मटीरीयल वाज। देखो जदों मैं तुहानूं पहलां भी दस्सिया सी ना भी स्टार्टिंग ते लैंगुएज पाली सी, पाली का ही आपां कह दईए विकसित रूप कह लीए भी संस्कृत है। हुण एंशियंट टाइम दे विच ज़्यादातर लैंगुएज ना संस्कृत यूज़ की जाती सी। अगों देखो अलैगजेंडर ते पोरस का युद्ध जिन्हों बैटल ऑफ हाइडसपस भी कहते हैं क्योंकि जेलम नदी का नाम ही है बैटल ऑफ हाइडसपस, तो उन्हें पूछा भी किहड़ी नदी के किनारे ते होया, तो जेलम नदी के किनारे होया। द नेम ऑफ रिलीजियस टैक्सट ऑफ जूज, जूज का रिलीजियस टैक्सट नूं की कहते हैं, तो उन्होंने मूसा साहिब कहते हैं। नैक्सट है महाभस्य रोट, महाभस्य ने की लिखा है, तो पतंजलि लिखा है जो तुसी सुनते हो बाबा रामदेव है ना, वैसे बाबा रामदेव भी बड़े कंट्रोवर्सी च अजकल। तो महाभस्य किसने लिखा है, ने की लिखा है, तो उन्हें पतंजलि लिखा है। पतंजलि दे विच योग बारे सब कुछ दस्या है। हू वाज टू ब्रिंग द ग्रीक आउट ऑफ इंडिया, उन्हें पूछा हू वाज टू ब्रिंग द ग्रीक्स आउट ऑफ इंडिया, तो अपना आंसर आएगा चंद्रगुप्त मौर्य। नैक्सट, हू वाज द सन ऑफ चंद्रगुप्त मौर्य, तो चंद्रगुप्त मौर्य का सन का नाम की है बिंदुसार है। वेयर वाज द डिस्ट्रीब्यूशन इन द टाइम ऑफ बिंदुसार, बिंदुसार के टाइम के सॉरी डिस्टरबेंस वर्ड लिखा तो उन्हें कहा भी किहड़ी जगह ते डिस्टरबेंस हुई सी, उन्हें ना एक्चुअल दे विच तक्षशिला च डिस्टरबेंस हुई सी, तो बिंदुसार ने अशोक नूं भेजिया सी भी तू इस चीज़ नूं सैटलमेंट करा। तो यही उन्हें क्वेश्चन पूछा है भी बिंदुसार के टाइम है जी डिस्टरबेंस हुई है, छोटा जिहा रिवोल्ट जिहा होया सी, तो इन्हें ये क्वेश्चन पूछा है भी वो कित्थे हुई सी, तो वो तक्षशिला दे विच हुई सी। नैक्सट क्वेश्चन आप मूव करते हैं, हू इज़ फेमस बाय द नेम ऑफ देवान, देवान प्रिया, किसनों कहा जाता है, तो उसनों अशोक नूं कहा जाता है। अशोक है जिहड़ा वो दीवान, इसनों चाहे तो तुसीं एवें प्रनाउंस कर सकते हो देवा नाम प्रिया, या इसनों एवें भी प्रनाउंस किया जाता है दीवान प्रिया, जो भी तुसीं प्रनाउंस करना चाहो, तो अशोक नूं कहा जाता है। द ग्रीक अंबैसडर सेंट टू द कोर्ट ऑफ चंद्रगुप्त मौर्य, कहता ग्रीक अंबैसडर है जिहड़ा चंद्रगुप्त मौर्य के कोर्ट दे विच सेंड किया गया सी, जिसका नाम की सी मैगनथीस सी। मैं हमेशा कहना ना मैगनथीस की बुक तुसी याद रखनी है, बुक का नाम इंडिका है, जिस दे विच उसने इंडिया के बारे लिखा है। तब चंद्रगुप्त मौर्य के टाइम जिहड़ा ग्रीक अंबैसडर आया मैगनथीस आया, ठीक है, तो उसने बुक किहड़ी लिखी है, इंडिका लिखी है। हू राइज इंडिका, उही गल है जी, हुणे जिहड़ा मैं तुहानूं दस्सिया इंडिका किसने लिखा है, तो मैगनथीस ने लिखा है। चंद्रगुप्त मौर्य फेमस गुरु चाणक्य वाज रिलेटिड टू विच सेंटर ऑफ लर्निंग, तो किस दे नाल रिलेटिड है, तक्षशिला। तक्षशिला उही है जिथे मैं हुणे तुहानूं दस्सिया आपां 2-4 क्वेश्चन पहलां ही कीता सी भी डिस्प्यूट होया सी जां डिस्टरबेंस सी, ठीक है। तो चंद्रगुप्त मौर्य द फेमस गुरु कौन है, चाणक्य है ना, जिसनों विष्णुगुप्ता भी कह देंगे। तो चाणक्य का जिहड़ा सेंटर ऑफ लर्निंग किहड़ा सी, तो तक्षशिला सी। नैक्सट है, हूज कंटैंपरेरी वाज ऑथर ऑफ इकोनॉमिक्स, चंद्रगुप्त मौर्य का जिहड़ा कंटैंपरेरी सी वो एक जिहड़ा वो इकनॉमिक्स का ऑथर सी। नैक्सट है, इन विच स्क्रिप्ट इज अशोकाज शिलालेख एनग्रेव्ड, बहुत वार क्वेश्चन पूछा गया जी पंजाब के पेपरों लिए, तो इनू चंगी तरह रट्टा ला लियो भी अशोका का जिहड़ा शिलालेख है वो किहड़ी लैंगुएज दे विच स्क्रिप्ट दे विच लिखिया गया है, तो ब्राह्मी स्क्रिप्ट है, ब्राह्मी स्क्रिप्ट है। नैक्सट है, विच फेमस रूलर वाज कॉल्ड द फादर ऑफ इनक्रिप्शंस, अगेन इंपॉर्टेंट क्वेश्चन है, अशोका नूं फादर ऑफ इनक्रिप्शंस कहा जाता है। हू वाज एंडेमिक ड्यूरिंग द रूल ऑफ मौर्य डायनेस्टी,
ਤਾਂ ਉਸ ਟਾਈਮ ਤੇ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਐਂਡੈਮਿਕ ਸੀਗਾ ਮੌਰਿਆ ਡਾਇਨੈਸਟੀ ਦੇ ਟਾਈਮ। ਨੈਕਸਟ ਹੈ ਹੂ ਵਾਜ਼ ਦਾ ਲਾਸਟ ਰੂਲਰ ਆਫ ਮੌਰਿਆ ਡਾਇਨੈਸਟੀ, ਤਾਂ ਬ੍ਰਿਹਦਰਥਾ ਬ੍ਰਿਹਦਰਥ ਹੈ ਜਿਹੜਾ ਉਹ ਲਾਸਟ ਰੂਲਰ ਸੀ ਮੌਰਿਆ ਡਾਇਨੈਸਟੀ ਦਾ। ਆ ਵੀ ਕੁਐਸਚਨ ਕਾਫੀ ਵਾਰ ਪੁੱਛਿਆ ਗਿਆ, 3 ਸਟਾਰ ਇਹਨੂੰ ਲਗਾ ਲਓ, ਚੰਗੀ ਤਰ੍ਹਾਂ ਨੋਟ ਕਰ ਲਓ ਆਹ ਵਾਲਾ ਕੁਐਸਚਨ, ਹੂ ਵਾਜ਼ ਦਾ ਲਾਸਟ ਰੂਲਰ ਆਫ ਮੌਰਿਆ ਡਾਇਨੈਸਟੀ, ਬ੍ਰਿਹਦਰਥਾ। ਨੈਕਸਟ ਹੈ ਵਟ ਇਜ਼ ਮਿਲਿੰਡਪਾਨੋ, ਮਿਲਿੰਡਪਾਨੋ ਕੀ ਹੈ, ਤਾਂ ਇੱਕ ਬੁੱਧਿਸਟ ਟੈਕਸਟ ਹੈ। ਨੈਕਸਟ ਹੈ ਠੀਕ ਹੈ ਜੀ, ਇੰਨੇ ਹੀ ਕੁਐਸਚਨ ਹੈ, ਮੈਨੂੰ ਲੱਗਾ ਕਿ ਸ਼ਾਇਦ ਇੱਕ ਕੁਐਸਚਨ ਹੋਰ ਹੋਏਗਾ। ਤਾਂ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਦੇਖਣ ਦੇ ਲਈ। ਤੁਸੀਂ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ, ਬਿਕੋਜ਼ ਅਸੀਂ ਜੋ ਵੀ ਮਟੀਰੀਅਲ ਇਕੱਠਾ ਕਰ ਰਹੇ ਹਾਂ ਤੁਹਾਡੇ ਲਈ ਹੀ ਕਰ ਰਹੇ ਹਾਂ। ਥੈਂਕ ਯੂ ਸੋ ਮੱਚ।